ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੇ ਨਾਲ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਭਾਰਤ ਦੀ ਹਕੂਮਤ ਦੇ ਵੱਲੋਂ ਜਾਂ ਫਿਰ ਭਾਰਤ ਦੇ ਵਜ਼ੀਰ ਆਜ਼ਮ ਦੇ ਵੱਲੋਂ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਸਨ ਉਹਨਾਂ ਦੀ ਵਾਪਸੀ ਦਾ ਐਲਾਨ ਕੀਤਾ ਗਿਆ ਤੇ ਪਾਰਲੀਮੈਂਟ ਦੇ ਵਿੱਚ ਵੀ ਤਕਰੀਬਨ ਇਸ ਦੇ ਉੱਪਰ ਜਿਹੜਾ ਆ ਉਹ ਸਹਿਮਤੀ ਹੋ ਗਈ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲੈ ਲਿਆ ਜਾਵੇਗਾ। ਬੇਸ਼ੱਕ ਇਹ ਜਿਹੜੇ 3 ਕਾਨੂੰਨ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਟ੍ਰੇਡ ਐਂਡ ਕਮਰਸ ਦਾ ਸੀ, ਦੂਸਰਾ ਜਿਹੜਾ ਸੀਗਾ ਕੰਟਰੈਕਟ ਫਾਰਮਿੰਗ ਦਾ ਸੀ, ਔਰ ਇੱਕ ਜਿਹੜੀਆਂ ਅਸੈਂਸ਼ੀਅਲ ਅਕੋਮੋਡਿਟੀ ਐਕਟ ਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਗਈਆਂ ਸੀ ਉਹਦੇ ਬਾਰੇ ਸੀ। ਇਹਦੇ ਤੋਂ ਬਿਨਾਂ ਪਹਿਲੇ ਦਿਨ ਜਦੋਂ ਦਿੱਲੀ ਪਹੁੰਚਿਆ ਗਿਆ ਤੇ ਉਸ ਤੋਂ ਬਾਅਦ ਦੂਸਰੇ ਤੀਸਰੇ ਦਿਨ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਜਿਹੜੀਆਂ ਸਰਕਾਰ ਨੂੰ ਮੰਗਾਂ ਦਿੱਤੀਆਂ ਗਈਆਂ ਜਾਂ ਮੰਗ ਪੱਤਰ ਦਿੱਤਾ ਗਿਆ, ਉਹਨਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਇਹਨਾਂ 3 ਕਾਲੇ ਕਾਨੂੰਨਾਂ ਦੀ ਵਾਪਸੀ ਦਾ ਹੀ ਜ਼ਿਕਰ ਸੀ। ਔਰ ਹੇਠਾਂ ਕੁਝ ਮੰਗਾਂ ਜਿਹੜੀਆਂ ਸੀ ਉਹ ਹੋਰ ਵੀ ਲਿਖੀਆਂ ਸੀ ਕਿ ਸਾਰੀ ਜਿੰਨੇ ਕਹਿ ਸਕਦੇ ਹੋ ਕਿ ਸਾਡੀ ਜਿਹੜੀ ਜ਼ਰਾਇਤੀ ਪ੍ਰੋਡਕਸ਼ਨ ਹੈ ਜਾਂ ਜਿਹੜੀ ਉਪਜ ਹੈ ਉਹਦੇ ਉੱਪਰ ਮਿਨੀਮਮ ਸਪੋਰਟ ਪ੍ਰਾਈਸ MSP ਜਿਹੜੀ ਹੈ ਉਹਨੂੰ ਕਾਨੂੰਨੀ ਤੌਰ ਤੇ ਉੱਪਰ ਲਾਗੂ ਕੀਤਾ ਜਾਵੇ। ਪਰਾਲੀ ਸਾੜਨ ਦੇ ਬਾਰੇ ਜਾਂ ਫਿਰ ਬਿਜਲੀ ਦੇ ਬਾਰੇ ਆਰਡੀਨੈਂਸ ਜਿਹੜੇ ਸੀਗੇ ਉਹ ਵਾਪਸ ਲਏ ਜਾਣ ਤੇ ਜਿਹੜੇ ਸੂਬੇ ਨੇ ਉਹਨਾਂ ਦੀ ਵੱਧ ਅਧਿਕਾਰਾਂ ਦੀ ਗੱਲ ਕੀਤੀ ਗਈ ਸੀਗੀ ਕਿ ਫੈਡਰਲ ਸਟਰਕਚਰ ਜਿਹੜਾ ਦੇਸ਼ ਦਾ ਉਹਨੂੰ ਮੁੜ ਜਿਹੜਾ ਬਹਾਲ ਕੀਤਾ ਜਾਵੇ, ਜਿਸ ਤਰ੍ਹਾਂ ਦੇ ਬਹਾਲ ਕਰਨ ਦੀ ਗੱਲ 1947 ਦੀ ਆਜ਼ਾਦੀ ਦੇ ਸਮੇਂ ਕੀਤੀ ਗਈ ਸੀ। ਇਹਦੇ ਨਾਲ ਹੀ ਇੱਕ ਆਖਰੀ ਮੰਗ ਸੀ ਕਿ ਕੁਛ ਜਿਹੜੇ ਕਹਿ ਸਕਦੇ ਹੋ ਕਿ ਮਨੁੱਖੀ ਹੱਕਾਂ ਦੇ ਵਾਸਤੇ ਜਾਂ ਫਿਰ ਵੱਖ-ਵੱਖ ਖੇਤਰਾਂ ਦੇ ਵਿੱਚ ਸਰਕਾਰ ਦੀ ਆਲੋਚਨਾ ਦੇ ਕਰਕੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੁਛ ਕਾਰਕੁਨ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਔਰ ਜਦੋਂ ਇਹ ਇੱਕ ਲੰਬਾ ਚੱਲਿਆ ਸੰਘਰਸ਼, ਇਸ ਸੰਘਰਸ਼ ਦਾ ਕਹਿ ਸਕਦੇ ਹੋ ਕਿ ਉਸ ਸਮੇਂ ਕਹਿ ਸਕਦੇ ਹੋ ਕਿ ਇੱਕ ਵੱਖਰਾ ਮੋੜ ਆਇਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਔਰ ਜਿਹੜਾ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਉਹ ਜਿਹੜਾ ਦਿਨ ਚੁਣਿਆ ਗਿਆ ਉਹ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਗਟ ਦਿਹਾੜਾ। ਕੁਦਰਤਨ ਕਿ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਕਰਕੇ, ਕਿਉਂਕਿ ਸਿੱਖ ਕਹਿ ਸਕਦੇ ਹੋ ਕਿ ਸਿੱਖ ਕੌਮ ਦਾ ਇੱਕ ਮਹਾਨ ਦਿਹਾੜਾ ਹੋਣ ਕਰਕੇ ਵੈਸੇ ਸੰਗਤਾਂ ਇਸ ਪ੍ਰਕਾਸ਼ ਦਿਹਾੜੇ ਨੂੰ ਜਾਂ ਪ੍ਰਗਟ ਦਿਹਾੜੇ ਨੂੰ ਬਹੁਤ ਖੁਸ਼ੀ ਦੇ ਨਾਲ ਤੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ। ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਿੱਖ ਵਿਚਾਰਧਾਰਾ ਦੇ ਵਿੱਚ ਇਸ ਖੁਸ਼ੀ ਨੂੰ ਦੁੱਗਣੀ ਕਰਕੇ ਵੇਖਿਆ ਗਿਆ ਜਦੋਂ ਇਸ ਦਿਨ ਦੇ ਉੱਪਰ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਗਿਆ। ਪਰ ਇੱਕ ਘਟਨਾਕ੍ਰਮ ਹੋਰ ਵਾਪਰਿਆ ਕਿ ਕੁਝ ਖੱਬੇ ਪੱਖੀ ਤਰ੍ਹਾਂ, ਸਾਰਿਆਂ ਦੀ ਗੱਲ ਨਹੀਂ ਕਰਦਾ, ਕਿਸਾਨ ਲੀਡਰਸ਼ਿਪ ਦੇ ਵਿੱਚ ਕੁਝ ਖੱਬੇ ਪੱਖੀ ਧਿਰਾਂ ਦਾ ਜਿਹੜਾ ਪ੍ਰਤੀਕਰਮ ਹੈ ਉਹ ਬਹੁਤ ਜ਼ਿਆਦਾ ਕਹਿ ਸਕਦੇ ਹੋ ਕਿ ਨਿਊਨਤਮ ਪੱਧਰ ਦਾ ਸੀ, ਘਟੀਆ ਪੱਧਰ ਦਾ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸੰਘਰਸ਼ ਦੇ ਵਿੱਚ ਖੱਬੇ ਪੱਖੀ ਧਿਰਾਂ ਦਾ ਸਿੱਖ ਵਿਚਾਰਧਾਰਾ ਦੇ ਪ੍ਰਤੀ ਕੀ ਨਜ਼ਰੀਆ ਹੈ ਉਹਨੂੰ ਵੀ ਸਮਝਣ ਦਾ ਬਹੁਤ ਸਾਰਾ ਮੌਕਾ ਮਿਲਿਆ, ਕਿਉਂਕਿ ਜਦੋਂ ਅਸੀਂ ਪੰਜਾਬ ਦੇ ਅਤੀਤ ਦੀ ਗੱਲ ਕਰਦੇ ਸੀ, ਪਿਛਲੇ 2-3 ਦਹਾਕਿਆਂ 'ਚ ਵਾਪਰੇ ਜਿਹੜੇ ਘਟਨਾਕ੍ਰਮ ਸੀ, ਤਾਂ ਇੰਜ ਸਪਸ਼ਟ ਸੀ ਸਾਨੂੰ ਕਿ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਵੈਸੇ ਤੇ ਗੱਲ ਕਰਦੀਆਂ ਨੇ ਕਿ ਅਸੀਂ ਸਥਾਪਤੀ ਦੇ ਖਿਲਾਫ ਜੂਝਦੀਆਂ ਨੇ, ਪਰ ਜੇਕਰ ਪੰਜਾਬ ਦੇ ਵਿੱਚੋਂ ਕੋਈ ਸਥਾਪਤੀ ਦੇ ਜਾਂ ਐਸਟੈਬਲਿਸ਼ਮੈਂਟ ਦੇ ਖਿਲਾਫ ਜੂਝਣ ਵਾਲੀ ਲਹਿਰ ਜਨਮ ਲੈਂਦੀ ਹੈ ਤਾਂ ਉਦੋਂ ਬਹੁਤ ਸਾਰੀਆਂ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਉਹ ਸਰਕਾਰ ਦੇ ਹੱਕ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ। ਸੋ ਇਹ ਸਾਰੇ ਸੰਘਰਸ਼ ਦੇ ਦੌਰਾਨ ਇਸ ਤਰ੍ਹਾਂ ਦੇ ਬਹੁਤ ਸਾਰੇ ਘਟਨਾਕ੍ਰਮ, ਬਹੁਤ ਸਾਰੇ ਜਿਹੜੇ ਵਰਤਾਰੇ ਨੇ ਉਹ ਵਾਪਰੇ ਨੇ। ਪਰ ਇਸ ਸੰਘਰਸ਼ ਦੀ ਆਰੰਭਤਾ ਦੇ ਵਿੱਚ ਆ ਜਾ ਕੇ ਪੰਥਕ ਧਿਰਾਂ ਜਿਹੜੀਆਂ ਨੇ ਜਾਂ ਪੰਥਕ ਸ਼ਖਸੀਅਤਾਂ ਜਾਂ ਫਿਰ ਧਰਮ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਸੀ ਉਹ ਇਸ ਸਾਰੇ ਸੰਘਰਸ਼ ਨੂੰ ਹੋਂਦ ਦੀ ਲੜਾਈ ਦੇ ਵਿੱਚ ਲੈ ਰਹੇ ਸਨ ਕਿ ਇਸ ਨੂੰ ਤਾਂ ਇੱਕ ਜੰਗ ਹਿੰਦ ਪੰਜਾਬ ਦੇ ਰੂਪ ਦੇ ਵਿੱਚ ਚਿਤਵਿਆ ਜਾ ਰਿਹਾ ਸੀ। ਸੋ ਕੁਦਰਤੀ ਉਹਦੇ ਵਿੱਚ ਪੰਥਕ ਧਿਰਾਂ ਦੇ ਵੱਲੋਂ ਕੋਈ ਵੀ ਐਵੇਂ ਗੱਲ ਕਰਨ ਦੀ ਗੁੰਜਾਇਸ਼ ਨਹੀਂ ਸੀ ਰੱਖੀ ਜਾ ਰਹੀ ਜਿਹਦੇ ਨਾਲ ਇੰਜ ਮਹਿਸੂਸ ਹੋਵੇ ਕਿ ਅਸੀਂ ਕਿਤੇ ਨਾ ਕਿਤੇ ਇਸ ਸੰਘਰਸ਼ ਨੂੰ ਢਾਹ ਲਾਉਣ ਦਾ ਕਾਰਨ ਬਣੀਏ। ਸੋ ਬੇਸ਼ੱਕ ਮੈਂ ਇੱਕ ਹੋਰ ਵੀ ਤੁਹਾਨੂੰ ਸੱਚਾਈ ਦੱਸ ਦੇਵਾਂ ਕਿ ਜਦੋਂ ਪਹਿਲੇ ਦਿਨ ਅਸੀਂ ਦਿੱਲੀ ਪਹੁੰਚੇ ਆ, ਜਿਹੜੇ ਬਹੁਤ ਸਾਰੇ ਕਿਸਾਨ ਲੀਡਰ ਨੇ ਉਹ ਸਾਡੇ ਤੋਂ ਬਾਅਦ ਚ ਆਏ ਨੇ ਔਰ ਇਸ ਗੱਲ ਦੇ ਗਵਾਹ ਬਹੁਤ ਸਾਰੇ ਕਿਸਾਨ ਲੀਡਰ ਵੀ ਨੇ ਕਿ ਉਸ ਰਾਤ ਦਿੱਲੀ ਪਹੁੰਚਣ ਤੋਂ ਬਾਅਦ
ਜਿਹੜੀ ਪਹਿਲੀ ਸਟੇਜ ਟਰਾਲੀ ਦੇ ਉੱਪਰ ਲਾਈ ਗਈ, ਉਹਦੇ ਵਿੱਚ ਸਭ ਤੋਂ ਪਹਿਲਾਂ ਵੀਰ ਸਿੰਘ, ਜਿਹੜਾ ਸਾਡਾ ਛੋਟਾ ਵੀਰ ਪੰਜਾਬੀ ਗਾਇਕ ਤੇ ਲਿਖਾਰੀ ਵੀ ਹੈ, ਉਸ ਨੇ ਇੱਕ ਗੀਤ ਗਾ ਕੇ ਲੋਕਾਂ ਨੂੰ ਇਕੱਤਰ ਕੀਤਾ। ਉਹਦੇ ਤੋਂ ਬਾਅਦ ਮੈਂ ਸਟੇਜ ਦੇ ਉੱਪਰ ਭੂਮਿਕਾ ਨਿਭਾਈ। ਉਸ ਸਟੇਜ ਦੇ ਉੱਪਰ ਜੋਗਰਾਜ ਸਿੰਘ ਜਿਹੜੇ ਫਿਲਮੀ ਅਦਾਕਾਰ ਨੇ, ਸਰਦਾਰ ਅਜਮੇਰ ਸਿੰਘ, ਵੀਰ ਸਿੰਘ, ਔਰ ਜਿਹੜੀ ਹਰਿਆਣਾ ਕਿਸਾਨ ਯੂਨੀਅਨ ਚੜੂਨੀ ਨਾਲ ਸੰਬੰਧਿਤ ਜਿਹੜੇ ਨੌਜਵਾਨ ਵੀਰ ਸੀ, ਜਿਨ੍ਹਾਂ ਦੇ ਵਿੱਚੋਂ ਵਾਟਰ ਕੈਨਨ ਵਾਲਾ ਨਵਦੀਪ ਵੀ ਸੀ, ਇਹਦੇ ਤੋਂ ਇਲਾਵਾ ਤੇਜਵੀਰ ਸਿੰਘ, ਇਹ ਜਿੰਨੇ ਵੀ ਨੌਜਵਾਨ ਸੀ ਨਾਲ ਸੀ। ਔਰ ਜਿਹੜੀ ਪਹਿਲੇ ਦਿਨ ਦੀ ਸਟੇਜ ਹੈ ਉਹ ਅਸੀਂ ਲਾਈ। ਉਸ ਸਟੇਜ ਨੂੰ ਤਕਰੀਬਨ 3-4 ਘੰਟੇ ਅੱਧੀ ਰਾਤ ਤੱਕ ਚਲਾਉਣ ਤੋਂ ਬਾਅਦ ਕਿਸਾਨ ਯੂਨੀਅਨਾਂ ਦੇ ਕੁਝ ਲੀਡਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਇਸ ਸਟੇਜ ਨੂੰ ਹੁਣ ਤੁਸੀਂ ਵੱਡਾ ਕਰ ਲਈਏ ਤੇ ਇਸ ਨੂੰ ਇੱਥੇ ਸਾਂਝੀ ਸਟੇਜ ਦੇ ਰੂਪ ਦੇ ਵਿੱਚ ਇੱਕ ਮੰਚ ਦੇ ਤੌਰ ਤੇ ਵਰਤਿਆ ਜਾਵੇ। ਪਰ ਸਾਡੇ ਮਨ ਦੇ ਵਿੱਚ ਐਵੇਂ ਦੀ ਕੋਈ ਵੀ ਭਾਵਨਾ ਨਹੀਂ ਸੀ ਪਹਿਲੇ ਦਿਨ ਤੋਂ ਹੀ ਕਿ ਅਸੀਂ ਬੋਲਣ ਵਾਸਤੇ ਜਾਣਾ ਹੈ ਜਾਂ ਸਾਨੂੰ ਮੰਚ ਦੀ ਲੋੜ ਹੈ ਜਾਂ ਅਸੀਂ ਲੋਕਾਂ ਦੇ ਸਾਹਮਣੇ ਕੁਝ ਬੋਲਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਬੁਲਾ ਰਹੇ ਹਾਂ ਤੇ ਰੋਜ਼ ਸੰਗਤ ਦੇ ਵਿੱਚ ਤਕਰੀਬਨ ਕਿਤੇ ਨਾ ਕਿਤੇ ਬੋਲਣ ਦਾ ਮੌਕਾ ਮਿਲਦਾ ਹੀ ਰਹਿੰਦਾ। ਪਰ ਹੁਣ ਜਦੋਂ ਸਾਰੀਆਂ ਧਿਰਾਂ, ਬਹੁਤਾਤ ਧਿਰਾਂ, ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸਾਰੇ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਹੈ, ਜਦੋਂ ਉਹ ਇਹਨਾਂ ਕਾਨੂੰਨਾਂ ਦੀ ਵਾਪਸੀ ਦੇ ਉੱਪਰ ਤਕਰੀਬਨ ਦਿਲੋਂ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਨੇ, ਤਾਂ ਕੁਝ ਕਿਸਾਨ ਆਗੂਆਂ ਦੇ ਵੱਲੋਂ, ਖਾਸ ਕਰਕੇ ਰੁਲਦਾ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਦੀ ਗੱਲ ਆਈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਦਾ ਜਿਹੜਾ ਦਿਨ ਆ ਉਹ ਨਹੀਂ ਸੀ ਚੁਣਨਾ ਚਾਹੀਦਾ, ਤਾਂ ਇਹਦੇ ਵਿੱਚ ਇੰਜ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿੱਥੇ ਸਿੱਖ ਵਿਚਾਰਧਾਰਾ ਪ੍ਰਤੀ ਇੱਕ ਨਫ਼ਰਤ ਦਾ ਪ੍ਰਗਟਾਅ ਸਾਹਮਣੇ ਆ ਰਿਹਾ, ਉਹਦੇ ਨਾਲ ਨਾਲ ਹੀ ਉਹਨਾਂ ਨੂੰ ਇਹਨਾਂ ਕਿਸਾਨੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਾਪਸੀ ਦੀ ਇੰਨੀ ਖੁਸ਼ੀ ਨਹੀਂ ਹੈ ਜਿੰਨਾ ਇਸ ਗੱਲ ਦਾ ਗਮ ਹੈ ਕਿ ਕ੍ਰੈਡਿਟ ਨਹੀਂ ਲੈ ਸਕੇ। ਤਾਂ ਇਹ ਇੱਕ ਮੈਨੂੰ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿੱਦ ਲੱਗਦੀ ਹੈ, ਜਿਸ ਤਰ੍ਹਾਂ ਇੱਕ ਵੀਰ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਸੀ ਕਿ ਇੱਕ ਬੱਚਾ ਮਾਂ-ਬਾਪ ਦੇ ਕੋਲ ਜਿੱਦ ਕਰਦਾ ਹੈ ਕਿ ਮੈਂ ਕੋੜ ਕਿਰਲੀ ਖਾਣੀ ਹੈ, ਤੇ ਮਾਂ-ਬਾਪ ਕਹਿੰਦਾ ਨਹੀਂ ਪੁੱਤ, ਜ਼ਹਿਰੀਲੀ ਹੁੰਦੀ ਹੈ, ਮਰ ਜਾਂਦਾ ਹੈ ਬੰਦਾ ਇਹਦੇ ਨਾਲ। ਪਰ ਉਹ ਜਿੱਦ ਕਰਦਾ ਹੈ ਤੇ ਉਹ ਫਿਰ ਆਪਣੇ ਧਾਰਮਿਕ ਗੁਰੂ ਨੂੰ ਜਾਂ ਧਾਰਮਿਕ ਜਿਹੜਾ ਉਹਨਾਂ ਦਾ ਕੁਲ ਪੁਰੋਹਿਤ ਜਾਂ ਕੋਈ ਧਾਰਮਿਕ ਪੁਜਾਰੀ ਹੋਵੇਗਾ ਉਸ ਨੂੰ ਬੁਲਾਉਂਦੇ ਨੇ, ਤੇ ਉਹ ਫਿਰ ਸੋਚ ਸਾਚ ਕੇ ਵੇਖਦਾ ਕਿ ਬੱਚੇ ਦੀ ਜਿੱਦ ਹੈ, ਕਹਿੰਦਾ ਖਾ ਲੈਣ ਦੇ, ਉਹ ਕੋੜ ਕਿਰਲੀ ਮੰਗਵਾ ਦਿੰਦਾ ਹੈ। ਫਿਰ ਬੱਚਾ ਅੱਗੇ ਜਿੱਦ ਕਰਦਾ ਕਿ ਮੈਂ ਤਲ ਕੇ ਖਾਣੀ ਹੈ, ਉਹ ਉਸ ਨੂੰ ਤਲਵਾ ਵੀ ਦਿੰਦਾ ਹੈ। ਫਿਰ ਕਹਿੰਦਾ ਮੈਂ ਅੱਧੀ ਖਾਣੀ ਹੈ, ਉਹ ਉਸ ਨੂੰ ਅੱਧੀ ਵੀ ਕਰ ਦਿੰਦਾ ਹੈ। ਫਿਰ ਕਹਿੰਦਾ ਕਿ ਇੱਕ ਹਿੱਸਾ ਤੂੰ ਖਾ, ਮੈਂ ਫੇਰ ਖਾਣੀ ਹੈ, ਉਹ ਇੱਕ ਹਿੱਸਾ ਖਾ ਲੈਂਦਾ ਤੇ ਅਖੀਰ ਦੇ ਉੱਪਰ ਉਹ ਫਿਰ ਪੁਆੜਾ ਪਾ ਕੇ ਬੈਠ ਜਾਂਦਾ ਹੈ ਕਿ ਜਿਹੜਾ ਹਿੱਸਾ ਮੈਂ ਖਾਣਾ ਸੀ ਉਹ ਤੂੰ ਖਾ ਲਿਆ। ਸੋ ਇਹ ਜਿਹੜੇ ਕੁਝ ਕਿਸਾਨ ਆਗੂ ਨੇ, ਕੁਛ ਦਾ ਕਹਿਣਾ ਜੀ ਇਹ ਜਿਹੜਾ ਇਹ ਸਾਰਾ ਕਹਿ ਸਕਦੇ ਹੋ ਕਿ ਜਿਸ ਵਾਰਤਾ ਦੇ ਰੂਪ ਦੇ ਵਿੱਚ ਇਹ ਬਿੱਲ ਰੱਦ ਹੋਣੇ, ਕਾਨੂੰਨ ਰੱਦ ਹੋਣੇ ਚਾਹੀਦੇ ਸੀ, ਉਹਦੇ ਵਿੱਚ ਨਹੀਂ ਹੋਏ। ਕੋਈ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੀਗਾ ਪ੍ਰਗਟ ਦਿਹਾੜੇ ਦਾ ਦਿਨ ਕਿਉਂ ਚੁਣਿਆ ਗਿਆ। ਸੋ ਇਹ ਜਿਹੜੀਆਂ ਛੋਟੀਆਂ ਗੱਲਾਂ ਨੇ, ਇਹਦੇ ਨਾਲ ਜਿਹੜਾ ਹਿੰਦ ਪੰਜਾਬ ਦੀ ਜੰਗ ਦੇ ਵਿੱਚ ਜਿਹੜਾ ਜਿੱਤ ਦਾ ਵੱਡਾ ਪ੍ਰਭਾਵ ਸਿਰਜਿਆ ਗਿਆ ਹੈ, ਉਹ ਕਿਤੇ ਨਾ ਕਿਤੇ ਇਸ ਕ੍ਰੈਡਿਟ ਦੀ ਜੰਗ ਦੇ ਵਿੱਚ ਛੋਟਾ ਹੁੰਦਾ ਜਾਵੇਗਾ। ਕਿਉਂਕਿ ਜਦੋਂ ਤੁਸੀਂ ਇਸ ਸਾਰੇ ਵਰਤਾਰੇ ਦੇ ਵਿੱਚ, ਖਾਸ ਕਰਕੇ ਜੇਕਰ ਜਿਸ ਕਹਿ ਸਕਦੇ ਹੋ ਕਿ ਫਾਸਿਸਟ ਸੰਗਠਨ ਸੰਘ ਦੀ ਨੁਮਾਇੰਦਗੀ ਵਾਲੀ ਭਾਜਪਾ ਦੇ ਬਾਰੇ ਇਹ ਮਸ਼ਹੂਰ ਸੀ ਕਿ ਇਹਨਾਂ ਵੱਲੋਂ ਲਏ ਗਏ ਫੈਸਲੇ ਜਿਹੜੇ ਨੇ ਉਹ ਵਾਪਸ ਨਹੀਂ ਹੁੰਦੇ, ਉਹ ਚਾਹੇ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਗੱਲ ਸੀ ਜਾਂ ਫਿਰ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਨ ਦੀ ਗੱਲ ਸੀ, ਜਾਂ ਹੋਰ ਵੀ ਬਹੁਤ ਸਾਰੇ ਐਸੇ ਕਾਨੂੰਨ ਸੀ ਜਿਨ੍ਹਾਂ ਦੇ ਬਾਰੇ ਕਿਤੇ ਨਾ ਕਿਤੇ ਮੋਦੀ ਨੂੰ ਆਇਰਨ ਮੈਨ ਜਿਹੜਾ ਸੀਗਾ, ਲੋਹ ਪੁਰਸ਼ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਕਿ ਜੋ ਕਹਿ ਦਿੱਤਾ ਉਹ ਪੱਥਰ ਦੇ ਉੱਪਰ ਲਕੀਰ ਹੈ, ਕਦੀ ਵਾਪਸ ਨਹੀਂ ਹੁੰਦਾ। ਪਰ ਇਸ ਸਮੇਂ ਇਹਨਾਂ ਸਾਰੇ ਕਹਿ ਸਕਦੇ ਹੋ ਕਿ ਬਿਆਨ ਦੇ ਵਿੱਚੋਂ ਇਸ ਗੱਲ ਦਾ ਖੁੱਲ੍ਹ ਕੇ ਸਾਹਮਣੇ ਆ ਜਾਣਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਦੇ ਉੱਪਰ ਸਰਕਾਰ ਜਿਹੜੀ ਹੈ ਉਹ ਬੈਕਫੁੱਟ ਤੇ ਗਈ ਹੈ, ਵੀ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਕਦਮ ਪਿਛਾਂਹ ਖਿੱਚੇ ਨੇ। ਤਾਂ ਕਦਮ ਪਿਛਾਂਹ ਖਿੱਚੇ ਨੇ, ਕਿਹੜੇ ਦਿਨ ਨੂੰ ਚੁਣਿਆ ਤੇ ਕਿਸ ਖਾਸ ਧਿਰ ਦੀ ਸ਼ਨਾਖਤ ਕੀਤੀ ਗਈ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਸੋ ਪਹਿਲੀ ਗੱਲ ਤਾਂ ਹੈ ਕਿ ਜਿਹੜੀਆਂ ਸਟੇਟ ਦੀਆਂ ਏਜੰਸੀਜ਼ ਹੁੰਦੀਆਂ ਨੇ, ਜਿਹੜੇ ਬਿਊਰੋਕਰੇਟਸ ਹੁੰਦੇ ਨੇ, ਉਹ ਜਦੋਂ ਸੰਘਰਸ਼ ਨੂੰ ਐਨਾਲਾਈਜ਼ ਕਰਦੇ ਆ ਤੇ ਸਭ ਤੋਂ ਪਹਿਲਾਂ ਉਸ ਸੰਘਰਸ਼ ਦੀ ਜਿਹੜੀ ਡਰਾਈਵਿੰਗ ਫੋਰਸ ਹੁੰਦੀ ਹੈ, ਜਿਹੜੀ ਚਾਲਕ ਸ਼ਕਤੀ ਹੁੰਦੀ ਹੈ, ਜਿਹੜੀ ਵਿਚਾਰਧਾਰਾ ਦੇ ਕਰਕੇ ਸਟਰਗਲ ਜਿਹੜਾ ਉਹ ਸਟਰੋਂਗ ਹੁੰਦਾ, ਸਭ ਤੋਂ ਪਹਿਲਾਂ ਉਸ ਐਕਟਿਵ ਫੋਰਸ ਨੂੰ ਆਇਡੈਂਟੀਫਾਈ ਕਰਦੇ ਆ।
ਤੇ ਉਹਨਾਂ ਦੀ ਫਿਰ ਪਾਲਿਸੀ ਵੀ ਇਹੀ ਹੁੰਦੀ ਹੈ ਕਿ ਉਸ ਐਕਟਿਵ ਜਿਹੜੀ ਕਹਿ ਸਕਦੇ ਹੋ ਕਿ ਫੋਰਸ ਹੈ ਜਾਂ ਜਿਹੜੀ ਕਿਸੇ ਸੰਘਰਸ਼ ਦੀ ਚਾਲਕ ਸ਼ਕਤੀ ਹੈ ਉਸ ਨੂੰ ਸੰਤੁਸ਼ਟ ਕੀਤਾ ਜਾਵੇ। ਇਹੀ ਕਾਰਨ ਸੀ ਕਿ ਇਸੇ ਹੀ ਚਾਲਕ ਸ਼ਕਤੀ ਨੂੰ ਸੰਤੁਸ਼ਟ ਕਰਨ ਦੇ ਵਾਸਤੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਵਾਲੇ ਦਿਨ ਇਹ 3 ਕਾਨੂੰਨ ਵਾਪਸ ਲਏ ਗਏ, ਉੱਥੇ ਨਾਲ ਹੀ ਪਾਕਿਸਤਾਨ ਦੇ ਨਾਲ ਲਾਂਘਾ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਇਸ ਗੱਲ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਬੇਸ਼ੱਕ ਇਸ ਸਾਰੇ ਸੰਘਰਸ਼ ਦੇ ਵਿੱਚ ਸਾਡੇ ਹਰਿਆਣੇ ਵਾਲੇ ਵੀਰ ਸ਼ਾਮਲ ਸਨ, ਪੰਜਾਬ ਦੇ ਕਿਸਾਨ ਸ਼ਾਮਲ ਸਨ, ਰਾਜਸਥਾਨ ਦੇ ਕਿਸਾਨ ਸ਼ਾਮਲ ਸਨ, ਕੁਝ ਹੱਦ ਤੱਕ ਉੱਤਰ ਪ੍ਰਦੇਸ਼ ਦੇ ਕਿਸਾਨ ਸ਼ਾਮਲ ਸਨ, ਪਰ ਇਹਦੇ ਵਿੱਚ ਜਿਹੜੀ ਚਾਲਕ ਸ਼ਕਤੀ ਹੈ ਉਹ ਸਿੱਖ ਵਿਚਾਰਧਾਰਾ ਸੀ। ਚਾਹੇ ਉਹ ਸੰਗਤ ਦੇ ਰੂਪ ਦੇ ਵਿੱਚ, ਉਹ ਲੰਗਰਾਂ ਦੇ ਰੂਪ ਦੇ ਵਿੱਚ, ਉਹ ਸੇਵਾ ਦੇ ਰੂਪ ਦੇ ਵਿੱਚ, ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਰਤਾਰੇ ਨੇ, ਅੰਤਰਰਾਸ਼ਟਰੀ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਸਮਝਣ ਦੀ ਬਹੁਤ ਲੋੜ ਹੈ। ਕਿਉਂਕਿ ਜਦੋਂ ਕੌਮ ਦੀ ਸਮੂਹਿਕ ਚੇਤਨਤਾ ਦੀ ਗੱਲ ਕਰੋਗੇ ਤਾਂ ਇਸ ਸੰਘਰਸ਼ ਦੇ ਵਿੱਚ ਕੌਮ ਦੀ ਸਮੂਹਿਕ ਚੇਤਨਤਾ ਸੀ, ਤੇ ਉਹ ਜਿਹੜੇ ਅੰਤਰਰਾਸ਼ਟਰੀ ਵਾਪਰ ਰਹੇ ਵਰਤਾਰੇ ਨੇ ਜਾਂ ਜਿਸ ਤਰ੍ਹਾਂ ਦੀ ਇਸ ਖਿੱਤੇ ਦੇ ਵਿੱਚ, ਏਸ਼ੀਆ ਦੇ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਹੋ ਰਹੀ ਹੈ, ਉਹਦੇ ਵਿੱਚ ਇੱਕ ਖਾਸ ਕੌਮ ਜਿਹੜੀ ਬਾਰਡਰ ਦੇ ਉੱਪਰ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ, ਉਹਦੀ ਸਮੂਹਿਕ ਚੇਤਨਤਾ ਨੂੰ ਆਇਡੈਂਟੀਫਾਈ ਕਰਨਾ ਸਰਕਾਰੀ ਏਜੰਸੀਆਂ ਦਾ ਕਾਰਜ ਸੀ। ਇਸ ਗੱਲ ਨੂੰ ਅੱਜ ਨਹੀਂ ਤਾਂ ਕੱਲ ਤੁਹਾਨੂੰ ਮੰਨਣਾ ਪਵੇਗਾ। ਵੈਸੇ ਤਾਂ ਹੁਣ ਹਿੰਦੁਸਤਾਨੀ ਜਾਂ ਭਾਰਤੀ ਮੀਡੀਆ ਤੋਂ ਇਲਾਵਾ, ਸੋਸ਼ਲ ਮੀਡੀਆ ਤੋਂ ਇਲਾਵਾ ਅੰਤਰਰਾਸ਼ਟਰੀ ਮੀਡੀਆ ਨੇ ਵੀ ਇਸ ਗੱਲ ਨੂੰ ਉਭਾਰ ਦਿੱਤਾ ਹੈ ਕਿ ਇਸ 3 ਕਾਨੂੰਨਾਂ ਦੇ ਵਾਪਸ ਹੋਣ ਦੇ ਪਿੱਛੇ ਜਿਹੜੀ ਵਿਚਾਰਧਾਰਾ ਹੈ ਉਹ ਇਹੀ ਹੈ ਕਿ ਸਿੱਖ ਕੌਮ ਦੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਜਿਹੜੀ ਸੀਗੀ ਉਹ ਇਸ ਸੰਘਰਸ਼ ਦੀ ਰੂਹ ਸੀ। ਔਰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਕੁਝ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੀਨ ਦੇ ਮੁਖੀ ਦੇ ਨਾਲ ਗੱਲਬਾਤ ਹੋਈ ਹੈ, ਤਾਈਵਾਨ ਦੇ ਬਾਰੇ ਗੱਲਬਾਤ ਹੋਈ ਹੈ ਕਿ ਅਮਰੀਕਾ ਉਸ ਖਿੱਤੇ ਦੇ ਵਿੱਚ ਦਖਲ ਨਹੀਂ ਦੇਵੇਗਾ, ਤੇ ਚੀਨ ਤੇ ਰੂਸ, ਪਾਕਿਸਤਾਨ ਜਾਂ ਫਿਰ ਫਲਸਤੀਨ ਜਾਂ ਫਿਰ ਈਰਾਨ, ਇਹ ਜਿਹੜੀ ਇੱਕ ਸਾਂਝੀ ਗੁੱਟਬੰਦੀ ਹੁੰਦੀ ਜਾ ਰਹੀ ਹੈ, ਇਹਦੇ ਵਿੱਚ ਇਹ ਦੇਸ਼ ਕਮਜ਼ੋਰ ਪੈਂਦਾ ਜਾ ਰਿਹਾ। ਔਰ ਖਾਸ ਕਰਕੇ ਚੀਨ ਦਾ ਇਸ ਇਲਾਕੇ ਦੇ ਵਿੱਚ, ਜਿਸ ਇਲਾਕੇ ਦੇ ਵਿੱਚ ਉਹਦੀ ਸਰਹੱਦ ਹੈ, ਉੱਥੇ ਵਧਣਾ, ਤੇ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਹਕੂਮਤ ਦੇ ਉੱਪਰ ਕਾਬਜ ਹੋ ਜਾਣਾ, ਤੇ ਧਾਰਾ 370 ਤੋਂ ਬਾਅਦ ਜਿਹੜੀ ਮੁਸਲਮਾਨ ਜਗਤ ਦੇ ਵਿੱਚ ਅਸੰਤੁਸ਼ਟੀ ਫੈਲੀ ਹੋਈ ਹੈ, ਉਸ ਅਸੰਤੁਸ਼ਟੀ ਦੇ ਮੱਦੇਨਜ਼ਰ ਜਿਹੜਾ ਤਾਲਿਬਾਨ ਦਾ ਤਾਕਤ ਦੇ ਵਿੱਚ ਆਉਣਾ ਕਿਤੇ ਨਾ ਕਿਤੇ ਹਕੂਮਤ ਨੂੰ ਉਹ ਵੀ ਇੱਕ ਵੱਡੀ ਚੁਣੌਤੀ ਦੇ ਰਿਹਾ ਹੈ। ਸੋ ਜਦੋਂ ਅਸੀਂ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵਾਪਰ ਰਹੇ ਇਹਨਾਂ ਸਾਰੇ ਵਰਤਾਰਿਆਂ ਨੂੰ ਵੇਖਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਸਟੇਟ ਕਦੀ ਵੀ ਇਹ ਨਹੀਂ ਚਾਹੁੰਦਾ ਕਿ ਉਸ ਧਿਰ ਦੇ ਨਾਲ ਵਿਰੋਧ ਖੜਾ ਕੀਤਾ ਜਾਵੇ ਜਿਹੜੇ ਦੋਹੇ ਪਾਸੇ ਜਿੱਥੋਂ ਵੱਡੀ ਚੁਣੌਤੀ ਹੈ ਉਹਨਾਂ ਸਰਹੱਦਾਂ ਦੇ ਉੱਪਰ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਦੂਸਰੀ ਗੱਲ, ਵਿਦੇਸ਼ਾਂ ਦੇ ਵਿੱਚ ਬੈਠਾ ਜਿਹੜਾ ਸਿੱਖ ਹੈ ਉਸ ਨੇ ਜਿਹੜੀ ਦੋਹਰੀ ਭੂਮਿਕਾ ਨਿਭਾਈ ਹੈ। ਹੋ ਸਕਦਾ ਹੈ ਕਿ ਕੁਝ ਵੀਰ ਵਿਦੇਸ਼ਾਂ ਦੇ ਵਿੱਚ ਵੀ ਲੈਫਟਿਸਟ ਹੋਣਗੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਭੂਮਿਕਾ ਨਿਭਾਈ ਹੋਵੇ, ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤਕਰੀਬਨ 90% ਜਿਹੜੇ ਸਿੱਖ ਵਿਚਾਰਧਾਰਾ ਸੀ ਉਹਦੀ ਸਾਰੀ ਮਾਨਸਿਕਤਾ ਇਸ ਸੰਘਰਸ਼ ਦੇ ਨਾਲ ਜੁੜੀ ਹੋਈ ਸੀ, ਕਿਉਂਕਿ ਉਹ ਇਸ ਸੰਘਰਸ਼ ਨੂੰ, ਮੈਂ ਜਿਹੜੀ ਗੱਲ ਪਹਿਲਾਂ ਕਹੀ ਸੀ ਕਿ ਉਹ ਹਿੰਦ ਪੰਜਾਬ ਦੇ ਜੰਗ ਦੇ ਰੂਪ ਦੇ ਵਿੱਚ ਵੇਖ ਰਹੇ ਸਨ। ਸੋ ਜਿੱਥੇ ਵੀ ਇਸ ਹਕੂਮਤ ਦਾ ਜਿਹੜਾ ਕਹਿ ਸਕਦੇ ਹੋ ਮੁਖੀ ਹੈ, ਵਜ਼ੀਰ ਆਜ਼ਮ ਹੈ, ਜਿਸ ਦੇਸ਼ ਦੇ ਵਿੱਚ ਵੀ ਗਿਆ ਉਸ ਦੇਸ਼ ਦੇ ਵਿੱਚ ਹੀ ਸਿੱਖਾਂ ਨੇ ਕਿਸਾਨੀ ਜਾਂ ਫਿਰ ਖਾਲਸਾਈ ਨਿਸ਼ਾਨ ਸਾਹਿਬ ਵਿਖਾ ਕੇ ਉਸ ਦਾ ਵਿਰੋਧ ਕੀਤਾ। ਸੋ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇੱਕ ਵੱਡਾ ਦਬਾਅ ਪੈ ਰਿਹਾ ਸੀ, ਕਿਉਂਕਿ ਜਿਹੜੀਆਂ ਬਹੁਤ ਸਾਰੀਆਂ ਸਿੱਖਾਂ ਦੀਆਂ ਸੌਫਟ ਫੋਰਸਸ ਨੇ, ਜਿਹੜੀਆਂ ਕਹਿ ਸਕਦੇ ਹੋ ਕਿ ਉਹ ਸੌਫਟ ਫੋਰਸਸ ਜਿਹੜੀਆਂ ਗਰਮ ਬਿਆਨਬਾਜ਼ੀ ਨਹੀਂ ਕਰਦੀਆਂ, ਪਰ ਸਿੱਖਾਂ ਦਾ ਇੱਕ ਅਕਸ ਜਿਹੜਾ ਉਹ ਚਾਹੇ ਖਾਲਸਾ ਏਡ ਆ ਜਾਂ ਸਾਡੀਆਂ ਹੋਰ NGOs ਨੇ, ਚਾਹੇ ਉਹ ਜਿਹੜੇ ਸਰਦਾਰ ਉਬਰਾਏ ਨੇ, ਚਾਹੇ ਉਹਨਾਂ ਦੀ NGO ਨੇ, ਜਿਹੜੀਆਂ ਇਵੇਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਸਿੱਖਾਂ ਦੇ ਅਕਸ ਜਿਹੜੇ ਨੇ ਜਾਂ ਜਿਹੜਾ ਕਹਿ ਸਕਦੇ ਹੋ ਕਿ ਸਿੱਖ ਵਿਚਾਰਧਾਰਾ ਦਾ ਪ੍ਰਗਟਾਅ ਆ ਉਹ ਇੱਕ ਖਾਸ ਦਾਇਰੇ ਦੇ ਵਿੱਚ ਕਰ ਰਹੀਆਂ ਨੇ, ਤੇ ਉਹਨਾਂ ਦੀ ਇਸ ਸੰਘਰਸ਼ ਦੇ ਵਿੱਚ ਜਿਹੜੀ ਸਿੱਧੀ ਸ਼ਮੂਲੀਅਤ ਸੀ ਉਹ ਵੀ ਸਰਕਾਰ ਦੇ ਉੱਪਰ ਇੱਕ ਦਬਾਅ ਦਾ ਕੰਮ ਕਰ ਰਹੀ ਸੀ। ਤੇ ਇਹਦੇ ਤੋਂ ਇਲਾਵਾ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਜਾਂ ਜਿੰਨੇ ਵੀ ਸਾਡੀਆਂ ਹੋਰ ਧਿਰਾਂ ਨੇ, ਸਾਰੀਆਂ ਨੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਅਹਿਮ ਯੋਗਦਾਨ ਪਾਇਆ। ਔਰ ਉਸ ਤੋਂ ਇਲਾਵਾ ਖਾਸ ਕਰਕੇ ਜਿਹੜੇ ਹਰਿਆਣੇ ਦੇ ਸਾਡੇ ਜਾਟ ਭਰਾ ਸੀ,
ਜਦੋਂ ਜਾਟ ਸਿੱਖ ਤੇ ਸਿੱਖ ਮੁਸਲਿਮ ਜਦੋਂ ਇਹ ਸੰਗਠਨ ਜਿਹੜਾ ਹੈ ਉਹ ਹੋਰ ਪੀੜਾ ਹੁੰਦਾ ਜਾ ਰਿਹਾ ਸੀਗਾ, ਤਾਂ ਇਸ ਏਕਤਾ ਦੇ ਵਿੱਚੋਂ ਵੀ ਸਰਕਾਰ ਨੂੰ ਇਹ ਆਉਣਾ ਨਜ਼ਰ ਆ ਰਿਹਾ ਸੀਗਾ ਕਿ ਜੇਕਰ ਕਾਨੂੰਨ ਵਾਪਸ ਨਹੀਂ ਲਈ ਜਾਂਦੇ ਤਾਂ ਇਹ ਜਿਹੜੀ ਨਵੀਂ ਗਠਬੰਧਨ ਜਿਹੜੇ ਪੈਦਾ ਹੋ ਰਹੇ ਨੇ, ਉਹ ਜਿਹੜਾ RSS ਦਾ ਅਖੰਡ ਭਾਰਤ ਦਾ ਜਿਹੜਾ ਸੁਪਨਾ ਹੈ ਉਹਦੇ ਵਾਸਤੇ ਬੜੇ ਖਤਰਨਾਕ ਹੋਣਗੇ। ਦੂਸਰੀ ਗੱਲ, ਇਸ ਸੰਘਰਸ਼ ਦੇ ਵਿੱਚ ਜਿੰਨੇ ਵੀ ਸਟੇਟ ਵਿਰੋਧੀ ਵਰਤਾਰੇ ਵਾਪਰੇ ਨੇ, ਸਟੇਟ ਵਿਰੋਧੀ ਮੈਂ ਇਸ ਕਰਕੇ ਕਹਿ ਰਿਹਾ ਕਿ ਜਿੱਥੇ ਜਾ ਕੇ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਹੈ, ਉਹ ਚਾਹੇ ਦਿੱਲੀ ਜਾਣ ਲੱਗੇ ਬੈਰੀਕੇਡ ਤੋੜਨ ਦੀ ਗੱਲ ਹੋਵੇ, ਜਾਂ ਫਿਰ ਦਿੱਲੀ ਬਾਰਡਰ ਦੇ ਉੱਪਰ ਪਹੁੰਚ ਕੇ ਜਿਹੜੇ ਉੱਥੇ ਪਹਿਲੇ ਦਿਨ ਘਟਨਾਕ੍ਰਮ ਵਾਪਰਿਆ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਪਹੁੰਚੇ ਸੀ, ਜਿਸ ਤਰ੍ਹਾਂ ਦੇ ਨਾਲ ਉੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਜਾਂ ਫਿਰ ਜਿਸ ਤਰ੍ਹਾਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਜਾਂ ਉਸ ਤੋਂ ਬਾਅਦ 26 ਜਨਵਰੀ ਦਾ ਘਟਨਾਕ੍ਰਮ, ਇਹਦੇ ਵਿੱਚ ਸਿੱਖ ਨੌਜਵਾਨੀ ਦਾ ਜਿਹੜਾ ਬਾਗੀ ਰੁਖ ਹੈ ਉਹ ਸਭ ਤੋਂ ਅਹਿਮ ਭੂਮਿਕਾ ਨਿਭਾ ਰਿਹਾ ਸੀ। ਤੇ ਕਿਸਾਨ ਸੰਘਰਸ਼ ਦੇ ਵਿੱਚ ਇਹ ਇੱਕ ਆਮ ਫੈਕਟਰ ਸੀ ਕਿ ਇਹਦੇ ਨਾਲ ਸਭ ਤੋਂ ਅਹਿਮ ਗੱਲ ਸੀ ਕਿ ਜਿਹੜੇ ਨੌਜਵਾਨ ਬੇਸ਼ੱਕ ਕਿਸਾਨੀ ਸੰਘਰਸ਼ ਕਰਕੇ ਹੀ ਇਸ ਸੰਘਰਸ਼ ਦਾ ਹਿੱਸਾ ਬਣੇ ਸਨ, ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਅਸੰਤੁਸ਼ਟੀ ਦੇ ਵਿੱਚੋਂ ਆਪਣੀ ਮਾਨਸਿਕਤਾ ਦੇ ਵਿੱਚ ਸਵੈ ਨਿਰਣੇ ਦੀ ਜਿਹੜੀ ਗੱਲ ਹੈ ਉਹ ਪੈਦਾ ਹੋ ਰਹੀ ਸੀ। ਉਹ ਤੁਸੀਂ ਵੇਖਿਆ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਹੁਣ ਸਵੈ ਨਿਰਣੇ ਦੀ ਗੱਲ ਆਈ ਹੈ, ਕੋਈ ਸਮਾਂ ਇਹ ਸੀਗਾ ਕਿ ਜਦੋਂ ਹਕੂਮਤ ਦੇ ਨੁਮਾਇੰਦਿਆਂ ਦੇ ਵੱਲੋਂ ਅਖਬਾਰਾਂ ਦੇ ਵਿੱਚ ਇਵੇਂ ਦੀਆਂ ਸਟੇਟਮੈਂਟਸ ਆਉਂਦੀਆਂ ਸੀਗੀਆਂ ਕਿ ਮੁੱਠੀ ਭਰ ਲੋਕ ਨੇ ਜਿਹੜੇ ਸਵੈ ਨਿਰਣੇ ਦੀ ਜਿਹੜੀ ਹੈ ਉਹ ਗੱਲ ਕਰਦੇ ਨੇ, ਪਰ ਜਦੋਂ ਹੁਣ ਵਿਦੇਸ਼ਾਂ ਦੇ ਵਿੱਚ VOTING ਹੋਈ ਤਾਂ ਉਸ VOTING ਦੇ ਵਿੱਚ ਵੋਟ ਪ੍ਰਤੀਸ਼ਤ ਵਧਣ ਦਾ ਇੱਕ ਵੱਡਾ ਕਾਰਨ ਜਿਹੜਾ ਐਨਾਲਾਈਜ਼ ਕੀਤਾ ਗਿਆ, ਉਹ ਵੱਡਾ ਕਾਰਨ ਇਹ ਸੀ ਕਿ ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਕਰਕੇ ਸਿੱਖ ਮਾਨਸਿਕਤਾ ਦੇ ਵਿੱਚ ਹਕੂਮਤ ਦੇ ਪ੍ਰਤੀ ਉਦਾਸੀਨਤਾ ਤੇ ਨਿਰਾਸ਼ਤਾ ਜਨਮ ਲੈ ਰਹੀ ਹੈ। ਦੂਸਰਾ ਇਹਦਾ ਪੱਖ ਇਹ ਸੀ ਕਿ ਜਿਉਂ-ਜਿਉਂ ਉੱਥੇ ਇਹ ਨਿਰਾਸ਼ਤਾ ਜਨਮ ਲੈ ਰਹੀ ਸੀ, ਜਿਹੜੀ ਨਿਰਾਸ਼ਤਾ ਹਿੰਦੁਸਤਾਨ ਦੇ ਵਿੱਚ ਜਨਮ ਲੈ ਰਹੀ ਸੀ, ਭਾਰਤ ਦੇ ਵਿੱਚ ਜਨਮ ਲੈ ਰਹੀ ਸੀ, ਉਹ ਨਿਰਾਸ਼ਤਾ ਜਿਹੜੀ ਹੈ ਕਿਤੇ ਨਾ ਕਿਤੇ ਸਵੈ ਨਿਰਣੇ ਦੇ ਹੱਕ ਨੂੰ ਆਪਣਾ ਹੱਕ ਜਾਂ ਕਹਿ ਸਕਦੇ ਹੋ ਕਿ ਅੰਤਮ ਹੱਲ ਸਮਝਣ ਵਾਲੇ ਪਾਸੇ ਤੁਰਦੀ ਜਾ ਰਹੀ ਸੀ। ਸੋ ਸਟੇਟ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਸੀ, ਕਿਉਂਕਿ ਜਿੱਥੇ ਬਹੁਤ ਸਾਰੇ ਗਾਇਕ, ਬਹੁਤ ਸਾਰੇ ਜਾਗਰੂਕ ਲੋਕ, ਇੱਥੋਂ ਤੱਕ ਕਿ ਗੁਆਂਢੀ ਮੁਲਕ ਦੇ ਜਿਹੜੇ ਗਾਇਕ ਸੀਗੇ ਉਹ ਕਿਸਾਨ ਸੰਘਰਸ਼ ਦੇ ਬਾਰੇ ਜਿਹੜੇ ਸੀਗੇ ਉਹ ਗੀਤ ਗਾ ਰਹੇ ਸੀਗੇ। ਤੇ ਸੋ ਜਿਹੜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਹੜੇ ਕੁਝ ਲੈਫਟਿਸਟ ਵੀਰ ਇਸ ਗੱਲ ਨੂੰ ਸਿਰਫ ਕ੍ਰੈਡਿਟ ਵਾਰ ਦੇ ਰੂਪ ਦੇ ਵਿੱਚ ਵੇਖ ਰਹੇ ਨੇ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚੋਂ ਸਾਰਿਆਂ ਨੂੰ ਕੁਝ ਸਿੱਖਣ ਨੂੰ ਮਿਲਿਆ। ਮਿਸਾਲ ਦੇ ਤੌਰ ਤੇ ਜੇਕਰ ਮੈਂ ਸਿੱਖ ਵਿਚਾਰਧਾਰਾ ਦੀ ਗੱਲ ਕਰਾਂ ਤਾਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਸਾਡੇ ਕੋਲ ਸੰਘਰਸ਼ ਲੜਨ ਦੇ ਵਸੀਲੇ ਨੇ, ਸਾਡੇ ਕੋਲ ਗੁਰਮਤਿ ਵਿਚਾਰਧਾਰਾ ਹੈ, ਸਾਡੇ ਕੋਲ ਸੰਗਤ ਪੰਗਤ ਲੰਗਰ ਸੇਵਾ ਦਾ ਇੱਕ ਮਹਾਨ ਸੰਕਲਪ ਹੈ, ਪਰ ਸਾਡੇ ਕੋਲ ਕੋਈ ਇਵੇਂ ਦਾ ਸੰਗਠਿਤ ਢਾਂਚਾ ਨਹੀਂ ਸੀ ਜਿਸ ਸੰਗਠਿਤ ਢਾਂਚੇ ਦੇ ਆਸਰੇ ਇਸ ਸੰਘਰਸ਼ ਦੇ ਵਿੱਚ ਸਿੱਖ ਵਿਚਾਰਧਾਰਾ ਦੀ ਮੋਢੀ ਸ਼ਮੂਲੀਅਤ ਕੀਤੀ ਜਾ ਸਕਦੀ। ਕਿਉਂਕਿ ਕਿਸੇ ਸਮੇਂ ਅਕਾਲੀ ਦਲ ਇਵੇਂ ਦੀਆਂ ਲਹਿਰਾਂ ਦੀ ਨੁਮਾਇੰਦਗੀ ਕਰਦਾ ਸੀਗਾ, ਪਰ ਅਕਾਲੀ ਦਲ ਜਿਸ ਹਾਸ਼ੀਏ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੋਂ ਬਾਅਦ, ਜਾਂ ਫਿਰ ਵਾਪਰੇ ਪੰਜਾਬ ਦੇ ਵਿੱਚ ਘਟਨਾਕ੍ਰਮ ਤੋਂ ਬਾਅਦ, ਜਾਂ ਫਿਰ ਆਪਣੀ ਸਰਕਾਰ ਦੇ ਦੌਰਾਨ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਿੱਖ ਵਿਚਾਰਧਾਰਾ ਨੂੰ ਸਮਝਿਆ ਨਹੀਂ, ਤੇ ਉਹਦੇ ਨਾਲ ਜਿਸ ਹਾਸ਼ੀਏ ਦੇ ਉੱਪਰ ਉਹ ਜਾ ਚੁੱਕਾ ਸੀ, ਸਿੱਖਾਂ ਦੇ ਕੋਲ ਇਸ ਵੇਲੇ ਕੋਈ ਵੀ ਐਸੀ ਨੁਮਾਇੰਦਾ ਰਾਜਸੀ ਜਾਂ ਸਮਾਜਿਕ ਧਿਰ ਨਹੀਂ ਸੀ ਜਿਹੜੀ ਇਸ ਸੰਘਰਸ਼ ਦੇ ਵਿੱਚ ਬਰਾਬਰ ਦੀ ਧਿਰ ਬਣ ਕੇ ਵਿਚਰਦੀ। ਦੂਜੇ ਪਾਸੇ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਨੇ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੇਸ਼ੱਕ ਉਹਨਾਂ ਨੂੰ ਅਗਵਾਈ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਕਿਸਾਨ ਸੰਘਰਸ਼ ਦੇ ਵਿੱਚ ਕਿਸਾਨ ਯੂਨੀਅਨਾਂ ਨੇ ਇਸ ਦੀ ਅਗਵਾਈ ਜਿਹੜੀ ਕੀਤੀ, ਪਰ ਇਹ ਸੰਘਰਸ਼ ਇੰਨਾ ਲੰਬਾ ਸਮਾਂ ਨਹੀਂ ਸੀ ਲੜਿਆ ਜਾ ਸਕਦਾ ਜੇਕਰ ਇਸ ਸੰਘਰਸ਼ ਦੀ ਜਿਹੜੀ ਡਰਾਈਵਿੰਗ ਫੋਰਸ ਹੈ ਉਹ ਸਿੱਖ ਵਿਚਾਰਧਾਰਾ ਨਾ ਹੁੰਦੀ। ਸੋ ਕਿਤੇ ਨਾ ਕਿਤੇ ਸਾਰੀਆਂ ਧਿਰਾਂ ਨੂੰ ਸਿੱਖਣ ਦੀ ਲੋੜ ਹੈ ਕਿ ਜੇਕਰ ਸਟੇਟ ਅੱਜ ਇਸ ਬਿੱਲਾਂ ਨੂੰ ਲੈ ਕੇ ਜਾਂ ਕਾਨੂੰਨਾਂ ਨੂੰ ਲੈ ਕੇ ਝੁਕੀ ਹੈ ਤਾਂ ਇਹਦੇ ਵਿੱਚ ਮਲਟੀਪਲ ਫੈਕਟਰ ਨੇ ਤੇ ਉਹਨਾਂ ਦਾ ਮਲਟੀਪਲ ਐਨਾਲਿਸਿਸ ਜਿਹੜਾ ਉਹੀ ਕਰਨਾ ਪਵੇਗਾ। ਤੇ ਇਹ ਜਿਹੜੇ 3 ਕਾਨੂੰਨ ਰੱਦ ਹੋ ਗਏ ਨੇ, ਇਹਨਾਂ ਨੂੰ ਇੱਕ ਵੱਡੀ ਜਿੱਤ ਦੇ ਰੂਪ ਦੇ ਵਿੱਚ ਪ੍ਰਭਾਸ਼ਿਤ ਕਰਨਾ ਚਾਹੀਦਾ ਹੈ। ਬਾਕੀ ਜਿਹੜੀ MSP ਦੀ ਗੱਲ ਹੈ ਜਾਂ ਹੋਰ ਜਿਹੜੀਆਂ ਛੋਟੀਆਂ ਕਹਿ ਸਕਦੇ ਹੋ ਮੰਗਾਂ ਹੈ, ਉਹਨਾਂ ਮੰਗਾਂ ਦੇ ਉੱਪਰ ਪਹਿਲਾਂ ਵੀ ਸੰਘਰਸ਼ ਹੋ ਰਿਹਾ ਸੀ, ਤੇ ਜੇਕਰ ਬਾਕੀ ਸਟੇਟ
ਜਿਨ੍ਹਾਂ ਦੇ ਉੱਪਰ MSP ਜਿਨ੍ਹਾਂ ਦੀਆਂ ਫਸਲਾਂ ਤੇ ਬਿਲਕੁਲ ਨਹੀਂ ਮਿਲਦੀ। ਹੁਣ ਜੇ ਉਹ ਮੋਹਰੀ ਲੱਗ ਕੇ ਇਸ ਸੰਘਰਸ਼ ਨੂੰ ਅੱਗੇ ਚਲਾਉਣਾ ਚਾਹੁੰਦੇ ਨੇ ਤਾਂ ਜਿਸ ਤਰ੍ਹਾਂ ਅਸੀਂ ਖਾਸ ਕਰਕੇ ਸਿੱਖ ਵਿਚਾਰਧਾਰਾ ਨੇ ਮਜ਼ਲੂਮਾਂ ਦੇ ਨਾਲ ਖੜ ਕੇ ਪੂਰਾ ਸਾਥ ਦਿੱਤਾ ਹੈ ਤੇ ਉਹਨਾਂ ਦੀਆਂ ਮੰਗਾਂ ਦੇ ਨਾਲ ਵੀ ਜਿਹੜੀ ਹੈ ਪੰਜਾਬ ਦੀ ਜਿਹੜੀ ਕਹਿ ਸਕਦੇ ਹੋ ਕਿ ਧਿਰ ਹੈ ਉਹ ਖੜੇਗੀ। ਤੇ ਇਸ ਕਰਕੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਜਿਹੜੀ ਸਮਝਣੀ ਵੀ ਚਾਹੀਦੀ ਹੈ, ਖਾਸ ਕਰਕੇ ਜਿਹੜੇ ਵੀਰ ਸਿੱਖ ਵਿਚਾਰਧਾਰਾ ਨਾਲ, ਸਿੱਖ ਜਥੇਬੰਦੀਆਂ ਨਾਲ ਜਾਂ ਸਿੱਖ ਮਾਨਸਿਕਤਾ ਦੇ ਨਾਲ ਜੁੜੇ ਹੋਏ ਨੇ, ਕਿ ਇਸ ਸਾਰੇ ਹੀ ਵਰਤਾਰੇ ਦੇ ਵਿੱਚ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਜਿਹੜਾ ਇੱਕ ਵੱਡਾ ਕਹਿ ਸਕਦੇ ਹੋ ਕਿ ਬਰਤਾਂਤ ਸਿਰਜਿਆ ਗਿਆ, ਜਿਹੜਾ ਇੱਕ ਮੁਹਾਵਰਾ ਪੈਦਾ ਹੋਇਆ, ਉਹ ਰਾਸ਼ਟਰੀ ਪੱਧਰ ਦੇ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਇਹੀ ਪੈਦਾ ਹੋਇਆ ਹੈ ਕਿ ਸਿੱਖਾਂ ਦੀ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਦੇ ਕਰਕੇ ਸਰਕਾਰ ਨੂੰ ਜਿਹੜਾ ਉਹ ਝੁਕਣਾ ਪਿਆ। ਹੁਣ ਦੂਜੀ ਗੱਲ ਇਹਦੀ ਹੋਰ ਵੀ ਵੇਖਣ ਵਾਲੀ ਬਹੁਤ ਜ਼ਰੂਰੀ ਹੈ ਕਿ ਜੇਕਰ ਇਸ ਗੱਲ ਦੇ ਉੱਪਰ ਇਹ ਸਾਰੀਆਂ ਹੀ ਧਿਰਾਂ ਇਸ ਮੁੱਦੇ ਦੇ ਉੱਪਰ ਕੇਂਦਰਿਤ ਨੇ ਕਿ ਸਿੱਖਾਂ ਦੇ ਕਰਕੇ ਹੀ ਸਰਕਾਰ ਨੂੰ ਝੁਕਣਾ ਪਿਆ ਤੇ ਜਿਹੜੀਆਂ ਸਿੱਖ ਵਿਰੋਧੀ ਧਿਰਾਂ ਨੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਸਭ ਤੋਂ ਵੱਡਾ ਨਫ਼ਰਤ ਵਾਲਾ ਜਿਹੜਾ ਨਿਸ਼ਾਨਾ ਉਹ ਵੀ ਸਿੱਖ ਹੋਣਗੇ। ਇਸ ਕਰਕੇ ਸਾਨੂੰ ਪਹਿਲਾਂ ਤੋਂ ਵਧੇਰੇ ਚੇਤਨ ਤੇ ਜ਼ਿਆਦਾ ਜਾਗਰੂਕ ਰਹਿਣ ਦੀ ਲੋੜ ਹੈ ਕਿ ਇਸ ਜਿੱਤ ਦੇ ਜਸ਼ਨ ਦੇ ਵਿੱਚ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਜਿਹੜੀਆਂ ਭਵਿੱਖ ਦੀਆਂ ਚੁਣੌਤੀਆਂ ਨੇ ਉਹਨਾਂ ਨੂੰ ਕਿਤੇ ਭੁੱਲ ਨਾ ਚਾਹੀਏ। ਦੂਜੀ ਗੱਲ ਫਿਰ ਮੇਰੀ ਕਿਸਾਨ ਆਗੂਆਂ ਨੂੰ ਜਾਂ ਜਿਹੜੇ ਵੀਰ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਸਿੱਖ ਵਿਚਾਰਧਾਰਾ ਪ੍ਰਤੀ ਨਫ਼ਰਤ ਲਈ ਬੈਠੇ ਨੇ, ਉਹਨਾਂ ਨੂੰ ਫਿਰ ਸਤਿਕਾਰ ਸਹਿਤ ਬੇਨਤੀ ਕਿ ਇਸ ਸੰਘਰਸ਼ ਦੀ ਜਿਹੜੀ ਚਾਲਕ ਸ਼ਕਤੀ ਹੈ ਉਹ ਸਿੱਖ ਵਿਚਾਰਧਾਰਾ ਸੀ। ਅੱਜ ਸਮਝ ਲਵੋ ਜਾਂ ਕੱਲ ਸਮਝ ਲਵੋ, ਇਸ ਵਿਚਾਰਧਾਰਾ ਤੋਂ ਬਿਨਾਂ ਇਹ ਸੰਘਰਸ਼ ਨਹੀਂ ਸੀ ਜਿੱਤਿਆ ਜਾ ਸਕਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।